ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋਹ ਸਾਗਰ ਪਾਰ ਉਤਰਿਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਸੰਤੋ ਸਾਗਰ ਪਾਰ ਉਤਰਿਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਜੁਗੋ ਜੁਗ ਅਟਲ ਸ਼ਬਦ ਅਵਤਾਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਸ਼ੋਭਿਤ ਹੋਏ ਬੈਠੇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹਾਂ ਜੋ ਸੰਸਾਰ ਦੀ ਇਸ ਕੀਮਤੀ ਜ਼ਿੰਦਗੀ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਦਰ ਤੇ ਬੈਠਣ ਦਾ ਸੁਭਾਗਾ ਇਹ ਸਮਾਂ ਘੜੀਆਂ ਸਾਨੂੰ ਮਿਲੀਆਂ ਨੇ। ਆਓ ਜਿੰਨਾ ਕੁ ਸਮਾਂ ਗੁਰਮਤਿ ਵਿਚਾਰਾਂ ਦਾ ਸਤਿਗੁਰ ਸਾਹਿਬ ਜੀ ਦੀਆਂ ਵਿਚਾਰਾਂ ਆਪਾਂ ਰਲ ਮਿਲ ਕੇ ਕਰ ਸਕੀਏ। ਸਤਿਗੁਰ ਸਾਹਿਬ ਜੀ ਆਪ ਕਿਰਪਾ ਕਰਨ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਰਸੀਲਾ ਜਥੇ ਨੇ ਮਿਲ ਕੇ ਬੜੇ ਹੀ ਸੋਹਣੇ ਤਰੀਕੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾਇਆ। ਆਓ ਸਾਰੇ ਮਾਈ ਭਾਈ ਕਰੋ ਕਿਰਪਾ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੱਜ ਕੇ ਫਤਿਹ ਦੀ ਸਾਂਝ ਪਾਓ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜੋ ਦਾਸ ਨੇ ਆਪ ਜੀ ਦੇ ਸਨਮੁਖ ਮੰਗਲਾ ਚਰਨ ਦੇ ਅੰਦਰ ਪੜ੍ਹਿਆ। ਇਹ ਪਵਿੱਤਰ ਸ਼ਬਦ ਰਾਗ ਸੋਹੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਹੋਇਆ ਸ਼ਬਦ ਹੈ। ਆਰੰਭਕ ਪੰਕਤੀਆਂ ਰਹਾਉ ਤੱਕ ਦੀਆਂ ਆਪਾਂ ਸਰਵਣ ਕੀਤੀਆਂ ਨੇ। ਇਤਨੇ ਕੁ ਸ਼ਬਦ ਦੀ ਆਪਾਂ ਵਿਚਾਰ ਕਰਕੇ ਖਿਮਾ ਦਾ ਜਾਚਕ ਹੋ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖ ਨੂੰ ਸਿਰਜ ਕਰਕੇ ਇੱਕ ਇਨਸਾਨ ਬਣਾਇਆ। ਕਿਉਂਕਿ ਮਨੁੱਖ ਤੇ ਇਨਸਾਨੀਅਤ ਜਦੋਂ ਅੰਦਰ ਆ ਜਾਵੇ ਫਿਰ ਸੰਸਾਰ ਵਿੱਚ ਉਸ ਇਨਸਾਨ ਦਾ ਵਰਤਨ ਦਾ ਢੰਗ, ਬੋਲਣ ਦਾ ਢੰਗ, ਜੁੜਨ ਦਾ ਢੰਗ ਇੱਕ ਨਵੇਕਲਾ ਤੇ ਅਲੱਗ ਹੋ ਜਾਂਦਾ ਹੈ। ਪਰ ਜਦੋਂ ਤੱਕ ਇਨਸਾਨੀਅਤ ਸਾਡੇ ਅੰਦਰ ਨਹੀਂ ਹੁੰਦੀ ਉਦੋਂ ਤੱਕ ਮਨੁੱਖ ਕਈ ਢੰਗਾਂ ਨਾਲ ਸੰਸਾਰ ਵਿੱਚ ਵਿਚਰਦਾ ਹੈ। ਉਹਨਾਂ ਢੰਗਾਂ ਨੂੰ ਗੁਰਬਾਣੀ ਵਿੱਚ ਵੱਖ-ਵੱਖ ਤਰੀਕਿਆਂ ਨਾਲ ਤਸ਼ਬੀਹ ਦੇ ਕੇ ਸਾਹਿਬ ਜੀ ਦੀ ਬਾਣੀ ਨੇ ਫਰਮਾਨ ਕੀਤਾ। ਜਿਵੇਂ ਗੁਰੂ ਸਾਹਿਬ ਜੀ ਦਾ ਉਦਾਹਰਨ ਵਜੋਂ ਇੱਕ ਸ਼ਬਦ ਆਪਾਂ ਪੜ੍ਹ ਲਈਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਰਤੂਤ ਪਸ਼ੂ ਕੀ
ਮਾਨਸ ਜਾਤ। ਹੁਣ ਉੱਥੇ ਪਸ਼ੂਆਂ ਨੂੰ ਨਹੀਂ ਸੰਬੋਧਨ ਕੀਤਾ ਗਿਆ, ਜਾਨਵਰਾਂ ਨੂੰ ਨਹੀਂ ਕਿਹਾ ਗਿਆ, ਕਿਹਾ ਮਨੁੱਖ ਨੂੰ ਗਿਆ ਹੈ। ਪਰ ਜਦੋਂ ਮਨੁੱਖ ਦੀਆਂ ਕਰਤੂਤਾਂ ਪਸ਼ੂਆਂ ਵਰਗੀਆਂ ਹੋ ਜਾਣ ਤੇ ਉਦੋਂ ਇਨਸਾਨ ਸਰੀਰਕ ਰੂਪ ਵਿੱਚ ਇਨਸਾਨ ਰਹਿ ਜਾਂਦਾ ਹੈ, ਪਰ ਸੁਰਤ ਕਰਕੇ, ਗਿਆਨ ਪੱਖੋਂ ਹੀਣਾ ਹੋਣ ਕਰਕੇ ਉਹ ਪਸ਼ੂਆਂ ਦੀ ਨਿਆਈ ਵਿਚਰਨ ਕਰਦਾ ਹੈ। ਗੁਰੂ ਸਾਹਿਬ ਜੀ ਨੇ ਸਮਝਾਇਆ ਇਸੇ ਤਰ੍ਹਾਂ ਧਰਮ ਇੱਕ ਬੜਾ ਵੱਡਾ ਅੰਗ ਹੈ। ਹਰ ਇੱਕ ਸਮਾਜ ਵਿੱਚ ਰਹਿਣ ਵਾਲਾ ਪ੍ਰਾਣੀ ਕਿਸੇ ਨਾ ਕਿਸੇ ਧਰਮ ਨਾਲ ਸੰਬੰਧਿਤ ਹੈ। ਸਾਰਿਆਂ ਦੇ ਧਰਮ ਸਤਿਕਾਰਯੋਗ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਬੜੀ ਵੱਖਰੀ ਵਿਲੱਖਣ ਵਿਚਾਰਧਾਰਾ ਨਾਲ ਜੋੜਿਆ। ਮਹਾਰਾਜ ਜੀ ਨੇ ਕਿਹਾ ਧਰਮ ਕਮਾ, ਪਰ ਧਰਮ ਨੂੰ ਕਮਾਉਂਦਿਆਂ ਇਹ ਚੇਤਾ ਰੱਖੀ ਕਿਤੇ ਗੁਰਬਾਣੀ ਦੀ ਵਿਚਾਰ ਤੋਂ ਇੰਨੀ ਦੂਰ ਨਾ ਚਲਿਆ ਜਾਵੇਂ ਵੀ ਸੋਚੇ ਤੇ ਤੂੰ ਇਹ ਕਿ ਮੈਂ ਧਰਮ ਕਮਾ ਰਿਹਾ, ਪਰ ਧਰਮ ਦੇ ਨਾਮ ਉੱਤੇ ਕੰਮ ਐਸੇ ਕਰੇ ਜਿਹੜੇ ਕੰਮ ਗੁਰੂ ਗ੍ਰੰਥ ਸਾਹਿਬ ਜੀ ਪਖੰਡ ਦੇ ਨਾਮ ਨਾਲ ਸੰਬੋਧਨ ਕਰਦੇ ਨੇ। ਉਹ ਕੰਮ ਧਰਮ ਦੇ ਕੰਮ ਨਹੀਂ ਬਲਕਿ ਫੋਕਟ ਕਰਮ ਬਣ ਜਾਣ, ਪਖੰਡਤ ਕਰਮ ਬਣ ਜਾਣ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਕਰਮ ਧਰਮ ਦੇ ਪ੍ਰਤੀ ਕੀਤੇ ਹੋਏ ਕਰਮ, ਜੇ ਤੂੰ ਕਰ ਰਿਹਾ ਗਲਤ ਤਰੀਕੇ ਨਾਲ ਫਿਰ ਉਹ ਕਰਮ ਤੇਰੇ ਧਾਰਮਿਕ ਕਰਮ ਨਹੀਂ ਬਲਕਿ ਪਖੰਡਤ ਕਰਮ ਬਣ ਜਾਣਗੇ। ਔਰ ਐਸੇ ਕਰਮ ਅੱਜ ਦੁਨੀਆ ਵਿੱਚ ਖਾਸ ਕਰਕੇ ਮੈਂ ਸਿੱਖਾਂ ਦੀ ਗੱਲ ਕਰਾਂ ਤੇ ਅਸੀਂ ਰੱਜ ਕੇ ਕਮਾ ਰਹੇ ਹਾਂ। ਸਵੇਰ ਤੋਂ ਸ਼ਾਮਾਂ ਤੱਕ ਗਿਆਨ ਪੱਖੋਂ ਸਾਡੀ ਸੁਰਤ ਇੰਨੀ ਉੱਚੀ ਨਹੀਂ ਵੀ ਗੁਰੂ ਬਾਣੀ ਦੇ ਗਿਆਨ ਨੂੰ ਅਸੀਂ ਆਪੇ ਪੜ੍ਹਿਆ ਵਾਚਿਆ ਹੋਏ, ਖਿਮਾ ਕਰਿਓ। ਇਸ ਕਰਕੇ ਬੜੇ ਅਜਿਹੇ ਕਰਮ ਨੇ ਜਿਹਨੂੰ ਗੁਰਬਾਣੀ ਨੇ ਸਾਨੂੰ ਅਥਾਰਟੀ ਨਹੀਂ ਦਿੰਦੀ, ਪਰ ਸਿੱਖ ਉਹ ਕੰਮ ਪੁੱਜ ਕੇ ਕਰਦਾ ਔਰ ਬੜੀ ਮਹਾਨਤਾ ਸਮਝਦਾ ਵੀ ਇਹ ਕੰਮ ਮੈਂ ਕਰ ਰਿਹਾ। ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਸਿੱਖ ਨੇ ਵਰਤ ਨਹੀਂ ਰੱਖਣਾ, ਸਿੱਖ ਨੇ ਸ਼ਰਾਧ ਨਹੀਂ ਪੂਜਣੇ, ਸਿੱਖ ਨੇ ਪੱਥਰਾਂ ਨੂੰ ਨਹੀਂ ਮੰਨਣਾ, ਰੁੱਖਾਂ ਨੂੰ ਨਹੀਂ ਮੰਨਣਾ, ਜਪਣ ਵਾਲਿਆਂ ਦਾ ਸਤਿਕਾਰ ਕਰਨਾ ਹੈ ਤੇ ਸੁਰਤ ਨੂੰ ਉਸ ਪਰਮੇਸ਼ਵਰ ਨਾਲ ਜੋੜਨਾ। ਪਰ ਅੱਜ ਖਾਸ ਕਰਕੇ ਸਾਡੇ ਘਰਾਂ ਵਿੱਚ ਉਹ ਕੰਮ ਬੜੇ ਤਰੀਕੇ ਨਾਲ ਵੱਧ ਫੁੱਲ ਰਹੇ ਨੇ। ਦੇਖੋ ਤੁਸੀਂ ਕਿੰਨਾ ਕੁਝ ਦਿਨਾਂ ਦੀ ਵਿਚਾਰ ਸਾਡੇ ਘਰਾਂ ਵਿੱਚ ਹੈ। ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਅਸੀਂ ਬੜੇ ਅਲੱਗ ਤਰੀਕੇ ਨਾਲ ਦੇਖਦੇ ਹਾਂ। ਅੱਜ ਵੀ ਕਈ ਘਰਾਂ ਦੇ ਵਿੱਚ ਇਹ ਚੱਲਦਾ ਵੀ ਮੰਗਲਵਾਰ ਦੇ ਦਿਨ ਸਾਧ ਸੰਗਤ ਘਰਾਂ ਵਿੱਚ ਝਾੜੂ ਨਹੀਂ ਲਾਇਆ ਜਾਂਦਾ, ਵੀਰਵਾਰ ਦੇ ਦਿਨ ਸਿਰ ਨਹੀਂ ਧੋਤਾ ਜਾਂਦਾ, ਸ਼ਨੀਵਾਰ ਦੇ ਦਿਨ ਕੱਪੜੇ ਨਹੀਂ ਧੋਤੇ ਜਾਂਦੇ। ਅੱਜ ਇਹ ਹਾਲਾਂਕਿ ਇਹ ਬੜੀ ਪੁਰਾਣੀ ਵਿਚਾਰ ਹੈ ਔਰ ਇਸ ਵਿਚਾਰ ਨਾਲ ਸਾਡਾ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ, ਪਰ ਖਿਮਾ ਕਰਿਓ ਅੱਜ ਵੀ ਇਹ ਵਿਚਾਰ ਸਾਡੇ ਘਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਵੱਜਿਆ ਪਿਆ। ਤੇ ਇੱਕ ਗੱਲ ਕਦੀ ਪੁੱਛੋ ਇਹਨਾਂ ਮਾਤਾਵਾਂ ਭੈਣਾਂ ਬੈਠੀਆਂ ਨੇ, ਖਿਮਾ ਕਰਿਓ ਜ਼ਿਆਦਾਤਰ ਵਿਚਾਰ ਭੈਣਾਂ ਮਾਤਾਵਾਂ ਦੇ ਵਿੱਚੋਂ ਨਿਕਲ ਕੇ ਆਉਂਦੀ। ਇਹਨਾਂ ਨੂੰ ਪੁੱਛੋ ਕਿ ਮਾਤਾ ਜੀ, ਭੈਣ ਜੀ, ਅੱਜ ਤੁਸੀਂ ਸਿਰ ਨਹੀਂ ਨਹਾ ਰਹੇ ਜਾਂ ਝਾੜੂ ਨਹੀਂ ਫੇਰਦੇ ਜਾਂ ਕੱਪੜੇ ਨਹੀਂ ਧੋਂਦੇ, ਕੀ ਕਾਰਨ? ਕਹਿੰਦੇ ਨੇ ਅੱਜ ਦਿਨ ਜਿਹੜਾ ਵੀਰਵਾਰ ਦਾ ਹੈ, ਅੱਜ ਸ਼ਨੀਵਾਰ ਦਾ ਦਿਨ, ਅੱਜ ਇਹ ਕੰਮ ਅਸੀਂ ਨਹੀਂ ਕਰਨਾ। ਤੇ ਪੁੱਛੋ ਵੀ ਇਹ ਤੁਹਾਨੂੰ ਕਿਹਨੇ ਕਿਹਾ, ਕਿਹਨੇ ਡੱਕਿਆ? ਤੇ ਕਹਿਣਗੇ ਸਿਆਣੇ ਕਹਿੰਦੇ ਸੀ। ਹੁਣ ਇੱਕ ਹਿਸਾਬ ਲਾਓ ਵੀ ਜੇ ਸਿਆਣਾ ਬੰਦਾ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਇਸ ਦਿਨ ਆ ਕੰਮ ਨਹੀਂ ਕਰਨਾ, ਸਰੀਰ ਦੀ ਸਫਾਈ ਨਹੀਂ ਕਰਨੀ, ਘਰ ਦੀ ਸਫਾਈ ਨਹੀਂ ਕਰਨੀ, ਕੀ ਅਸੀਂ ਉਸ ਬੰਦੇ ਨੂੰ ਸਿਆਣਾ ਕਹਾਂਗੇ? ਕਦੀ ਨਹੀਂ ਕਹਾਂਗੇ। ਪਰ ਉਹਨਾਂ ਦੇ ਮੂੰਹ ਦੇ ਵਿੱਚ ਚੜਿਆ ਵੀ ਸਿਆਣਿਆਂ ਦਾ ਕਹਿਣਾ ਹੈ। ਤੇ ਪੁੱਛੋ ਕਿਹੜੇ ਸਿਆਣੇ ਨੇ ਕਿਹਾ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਵੱਡਾ ਕੋਈ ਸਿਆਣਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇਦਾਂ ਦੀ ਕੋਈ ਸਾਨੂੰ ਗੱਲ ਨਹੀਂ ਦੱਸਦੇ। ਸਾਡੀ ਸਿੱਖ ਰਹਿਤ ਮਰਿਆਦਾ ਸਾਨੂੰ ਉਹ ਕੋਈ ਗੱਲ ਨਹੀਂ ਦੱਸਦੀ। ਸਾਡੇ ਏਡੇ ਪ੍ਰਾਚੀਨ ਵਿਦਵਾਨਕ ਤਰੀਕੇ ਨਾਲ ਲਿਖਿਓ ਵਿਦਵਾਨਾਂ ਦੇ ਹੱਥਾਂ ਦੇ ਗ੍ਰੰਥ ਸਾਡੇ ਕੋਲ ਪਏ ਨੇ, ਬੜਾ ਵੱਡਾ ਖਜ਼ਾਨਾ ਹੈ, ਉਹਦੇ ਵਿੱਚ ਸਾਨੂੰ ਇਹ ਪੜ੍ਹਨ ਨੂੰ ਨਹੀਂ ਮਿਲਦਾ। ਤੁਹਾਨੂੰ ਕਿਹੜਾ ਸਿਆਣਾ ਦੱਸ ਗਿਆ? ਤੇ ਉੱਥੇ ਫਿਰ ਜਵਾਬ ਨਹੀਂ ਹੁੰਦਾ, ਇਹ ਸਿਆਣੇ ਨੇ ਕਿਹਾ। ਇੱਕ ਮੈਂ ਘਟਨਾ ਸੁਣੀ, ਸਾਧ ਸੰਗਤ ਉਹ ਹੂ ਢੁਕਦੀ ਹੈ। ਕਹਿੰਦੇ ਨੇ ਕਿਸੇ ਬੰਦੇ ਨੇ ਨਾ ਇਹ ਜਾਂਚਣ ਪਰਖਣ ਵਾਸਤੇ 5 ਬਾਂਦਰ ਲਏ ਤੇ ਉਹਨਾਂ ਨੂੰ ਇੱਕ ਪਿੰਜਰੇ ਦੇ ਵਿੱਚ ਡੱਕ ਦਿੱਤਾ। 5 ਬਾਂਦਰਾਂ ਨੂੰ ਪਿੰਜਰੇ ਵਿੱਚ ਡੱਕ ਕੇ, ਤੇ ਪਿੰਜਰਾ ਵੱਡਾ ਸੀ, ਉਸ ਪਿੰਜਰੇ ਦੇ ਸਿਖਰ ਦੇ ਉੱਤੇ ਇੱਕ ਕੇਲਾ ਰੱਖ ਦਿੱਤਾ। ਹੁਣ ਉਹ 5 ਬਾਂਦਰ ਜਦੋਂ ਪਿੰਜਰੇ ਵਿੱਚ ਗਏ, ਕੀ ਦੇਖਦਾ? ਇੱਕ ਬਾਂਦਰ ਦੀ ਨਜ਼ਰ ਕੇਲੇ ਤੇ ਪਈ, ਉਹ ਭੱਜ ਕੇ ਕੇਲਾ ਖਾਣ ਵਾਸਤੇ ਗਾਂਹ ਨੂੰ ਵੱਧਦਾ। ਜਦੋਂ ਕੇਲੇ ਵਾਲੇ ਪਾਸੇ ਗਿਆ ਨਾ, ਤੇ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਸੀ ਉਹਨੇ ਠੰਡਾ ਪਾਣੀ ਰੱਖਿਆ ਸੀ, ਉਹ ਠੰਡਾ ਪਾਣੀ ਬਾਂਦਰਾਂ ਦੇ ਉੱਤੇ ਸੁੱਟਣ ਲੱਗ ਪਿਆ, 5 ਦੇ ਉੱਤੇ ਸੁੱਟਦਾ। ਜਦੋਂ 5 ਦੇ ਉੱਤੇ ਠੰਡਾ ਪਾਣੀ ਸੁੱਟਿਆ, ਉਹ ਇੱਕਦਮ ਹਫੜਾ ਦਫੜੀ ਨਾਲ ਥੱਲੇ ਇੱਕ ਦੂਜੇ ਕੋ ਇਕੱਠੇ ਹੋ ਗਏ।
फिर कुछ समय बाद वो बांदर उठ के केला खाण जांदा है, वो मालक फिर पानी सुੱਟਦਾ है। इदां दी क्रिया उन्हें 10-15 मिनट लगातार कीती। हार के ਜਿਹੜੇ ਬਾਂਦਰ मगर 4 बैठे सन, ਉਹਨਾਂ ਨੂੰ पता सी भी ਇਹ केला खाण जाएगा ਤੇ ਉਹਨੇ पानी ਸਾਡੇ ਤੇ भी ਡੋਲਣਾ है। ਉਹ ਬਾਂਦਾ केला खाण ਜਾਂਦਾ ਤੇ ਮਗਰਲੇ ਉਹਨੂੰ ਫੜ ਕੇ ਤੇ ਖਿੱਚ ਲੈਂਦੇ ਨੇ, ਖਿੱਚ ਕੇ ਕੁੱਟਣ ਲੱਗ ਪੈਂਦੇ ਨੇ। ਉਹ ਬਾਂਦਰ ਹਾਰ ਕੇ ਬਹਿ ਜਾਂਦਾ, केले वाले पासे नहीं ਜਾਂਦਾ। कुछ समय बाद उस बंदे ने एक बांदर उस पिंजरे चों कढ़ता। हुण ध्यान नाल सुनो, ये गल मैं कित्थे लैके जा रहा। एक बांदर कढ़ के ते उन्हें एक नवां बांदर उस पिंजरे विच पा दिता। जिहड़ा नवां बांदर पाया ना, साध संगत ओहदी भी नज़र केले ते गई। वो केला खाण दौड़िया, मालक ने फिर ठंडा पानी पाया। बांदरां नूं समझ आ गई भी ये केला नहीं खाण देना। उन्हां बांदरां ने नवें बांदर नूं भी कुੱਟਣਾ शुरू कर दिता। कुछ चिर उहनूं कुੱਟਿਆ, बाद विच वो भी बह गया। फिर कुछ समय बाद जदों देखिया भी हुण कोई बांदर केला नहीं खाण जांदा, उस मालक ने फिर एक पुराना बांदर कढ़िया ते नवां बांदर फिर अंदर दाखिल कर दिता। जदों नवां बांदर गया ना साध संगत दूसरी वार, वो जांदे ही केले वाले पासे गया। हुण ध्यान रखो, फिर मालक नूं लोड़ नहीं पई ठंडे छिट्टे मारन दी। फिर जिहड़े 4 बांदर सन ना, उन्हां ने पहले ही कुੱਟਣਾ शुरू कर दिता। उन्होंने सोचा भी हुणे जाएगा, ये खाएगा तो पानी फिर पैना, वो कुੱਟਣ लग पे। वो बह गया। इदां करदियां करदियां उन्हें पुराने 5 बांदर वारों वारी बाहर कढ़ लए ते नवे बांदर अंदर पा दिते। हुण नवे 5 बांदर ने जिहड़ा भी केला खाण जांदा है, पिछले 4 बांदर उहनूं कुੱਟਣ लग पैंदे ने। होया ये कि हुण जदों बांदर नवां आउंदा, वो केला खाण जांदा है, मगर दे कुੱਟਦੇ ने। जिन्हों कुੱਟ पैंदी वो सोचदा भी शायद कोई रिवाज होवेगा। हैरानगी इस गल दी भी जदों कोई बांदर केला खाण जांदा सी, जिहड़े नवे बांदर सन वो भी कुੱਟਣ लग पए। उहनां नूं भी पता लग पिया। हुण उहनां दे सामने प्रक्रिया नहीं हुई। उन्होंने नहीं देखिया भी क्यों केले तो सानू कुੱਟਿਆ जा रहा। पानी दे छिट्टे पैंदे ने, इस करके बांदर कुੱਟਦੇ ने। पर वो बांदरां नूं पता नहीं भी पानी कौन पांदा, क्योंकि सारे नवे ने। पर हुण उत्थे रिवाज बन गया, जदों बांदर केले वाल जांदा है, पुराने बांदर कुੱਟਣ लग पैंदे ने। पुछिया जाए उन्हां नूं भी तुहानूं पता है क्यों कुੱਟਿਆ जांदा है, ते बांदरां कोल दा उत्तर नहीं होना। हालांकि चलो संसारक ये आम जी घटना है, पर सिੱਖਿਆ वास्ते साध संगत ये कुछ हालात साडा बनिया। अज पुछो भाई, तू कहना निछ मारती तुरना नहीं, क्यों नहीं तुरना? किन्ने कहा? सियाणियां ने कहा। क्यों कहा? ये नहीं पता, सियाणियां ने कहा। इत्थों तक साध संगत ते कर्म सिर्फ निजी जिंदगी अंदर नहीं, सिख दे 3 कारज बड़े वड्डे ने। जन्म संस्कार, आनंद संस्कार ते अंतिम संस्कार। ये तिन्नां दी मर्यादा तुसी गुरु साहब जी की बाणी दे विचों जां सिख रहत मर्यादा चों पढ़ो, तुहानूं पता लगे। एक कर्म संस्कार ऐसा है जिहड़ा बंदे दी होश विच हुंदा है। 2 कर्म ऐसे संस्कार ने जिहड़े बंदे दी होश विच नहीं हुंदे। क्योंकि जन्म संस्कार दे वेले बच्चा बहुत छोटा, उहनूं सुरत नहीं, घरदियां ने जिद्दां करना है उदां होना है। अंतिम संस्कार वेले बंदा शरीर त्याग जाता, उन्होंने पता नहीं कि मेरे नाल की कर रहे हैं, शरीर नाल की हो रहा की नहीं हो रहा। एक संस्कार विआह आनंद संस्कार ऐसा है जिहड़ा बंदे दी होंद विच हुंदा है। ते इन्हां 3 संस्कारां ते किन्ने फोकट कर्म ने। जे सिर्फ आपां मौत दी गल करिए ते साध संगत किते सिख रहत मर्यादा पढ़ो, पढ़ विद्वानां ने किन्ना कुछ डकिया है। पर अज असीं उन्हां दी गल नूं बिल्कुल नकार के अपने तरीके नाल तुरने आ। साध संगत कई वारी देखण नूं मिलदा है, कोई शरीर चढ़ाई कर जे, ओहदे कोल लिया के कान्हा, ओहदे नाप दा कान्हा वड्ड के ते लागे मंजे ते पा दित्ता जांदा। हुण पुछो भी ये कान्हा क्यों पिया, ते अगों सवाब मिलदा भी कान्हा तां पाया किते मुर्दा वध ना जावे, लंबा ना हो जावे। ते साध संगत जिहड़ा बंदा जिउंदियां जी लमक के लंबाई वधांदा रहा, जिहड़ा बंदा अनेकां तरीके दे प्रोटीन पींदा रहा लंबाई वधाउण वास्ते, उहदी लंबाई नहीं वधी। मरण तो बाद चंद घड़ियां विच उहदी लंबाई किस तरह वध सकती है? इहदा कुछ होर मनोरथ सी। साध संगत ये कान्हा मुसलमान धर्म दे विच जदों किसी दी मौत हुंदी सी ते जिहड़े बंदे कबर पुੱਟਦੇ सन उहनां नूं कान्हे दा नाप दित्ता जांदा सी कि भाई इन्नी लंबाई दी तुसीं कबर पुੱਟਣੀ है कि मुर्दा इस कबर विच आ जावे। पर हुण ओह किहदी गल ते कित्थों चुक के असीं अपने विच साਂਭ लई। जदों किते मुर्दे नूं लैके जाया जाए ते साध संगत खेमा करना चराए ते धर के असीं फिर मुर्दे दा मूँह पलटाने आ। ते एक गल पुछो भी भाई मूँह क्यों पलटाया गया? कहंदे ने इहदे पैर तां पलटा के सिर दूजे बन्ने कीता किते बापू बाद विच घर ना आ जावे। ते साध संगत पहली गल ते ओह विचारा शरीर करके नहीं रहा, ਉਹਦੀ आत्मा नहीं, ਉਹਦੇ शरीर में चेतनता नहीं, उत्थे खत्म हो चुकिया, मिट्टी है। गुरु ग्रंथ साहब जी कहते हैं कि वो मिट्टी हो चुकिया है। जाओ मृतक को चंदन चढ़ावे, उसते को कवने फल पावे।
ਮ੍ਰਿਤਕ ਹੈ, ਉਹਨੂੰ ਭਾਵੇਂ ਚੰਦਨ ਚੜਾ, ਭਾਵੇਂ ਵਿਸ਼ਟਾ ਵਿੱਚ ਰਲਾ ਦੇ, ਉਹਦਾ ਕੁਝ ਘਟਨਾ ਵਧਣਾ ਨਹੀਂ। ਤੇ ਸਾਧ ਸੰਗਤ, ਜੇ ਬਾਪੂ ਪਹਿਲੀ ਗੱਲ ਤੇ ਮਰ ਗਿਆ ਹੁੰਦਾ ਨਹੀਂ, ਜੇ ਉਹਨਾਂ ਦੇ ਤਰੀਕੇ ਨਾਲ ਮੰਨ ਲਈਏ ਵੀ ਭਾਈ ਪੈਰ ਕਮਾਨ ਨਾਲ ਮੁਰਦਾ ਘਰ ਵਾਪਸ ਆਤਮਾ ਨਹੀਂ ਹੁੰਦੀ, ਤੇ ਸਾਧ ਸੰਗਤ ਫਿਰ ਮੈਂ ਕਹਿੰਦਾ ਜੇ ਆਉਣ ਤੇ ਆ ਗਿਆ ਤੇ ਜਿੰਨੇ ਮਰਜ਼ੀ ਪੈਰ ਕਮਾ ਲਓ, ਜਿੰਨੇ 70-80 ਸਾਲ ਘਰ ਵਿੱਚ ਕੱਢੇ ਨੇ ਉਹਨੇ ਵਾਪਸ ਆ ਜਾਣਾ। ਜੇ ਇਹ ਵਿਚਾਰ ਨੂੰ ਮੰਨ ਲਈ, ਵੈਸੇ ਇਦਾਂ ਹੁੰਦਾ ਨਹੀਂ, ਗੁਰੂ ਸਾਹਿਬ ਜੀ ਨੇ ਮਨਾ ਕੀਤਾ। ਕਿੰਨੇ ਕੁ ਫੋਕਟ ਕਰਮ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਨਾ ਕੀਤਾ, ਅੱਜ ਸਾਡੇ ਘਰਾਂ ਵਿੱਚ ਨੇ। ਮੈਂ ਵਿਚਾਰ ਆਰੰਭ ਕੀਤੀ ਸੀ, ਸਾਹਿਬ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੇ। ਇਹ ਜਿੰਨੇ ਫੋਕਟ ਕਰਮ ਗੁਰਬਾਣੀ ਤੋਂ ਦੂਰ ਜਾ ਕੇ ਅੱਜ ਸਿੱਖ ਕਰਦੇ ਨੇ, ਇਹਦੇ ਕੋਈ ਵੀ ਸੇਵਾ, ਕੋਈ ਵੀ ਮਨੋਰਥ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਇਹ ਸਾਰੇ ਫੋਕਟ ਕਰਮ ਤੇ ਨਿਹਫਲ ਨੇ, ਇਹਨਾਂ ਦਾ ਕੋਈ ਸਾਨੂੰ ਫਲ ਪ੍ਰਾਪਤ ਨਹੀਂ ਹੋਣ ਵਾਲਾ। ਭਾਵੇਂ ਵਰਤ ਰੱਖ ਲਓ, ਭਾਵੇਂ ਸਾਧ ਸੰਗਤ ਰੁੱਖਾਂ ਦੀ ਪੱਥਰਾਂ ਦੀ ਪੂਜਾ ਕਰ ਲਓ, ਗੁਰੂ ਸਾਹਿਬ ਜੀ ਨੇ ਕਿਹਾ ਇਸ ਘਰ ਵਿੱਚ ਕੋਈ ਚੀਜ਼ ਇਦਾਂ ਦੀ ਪ੍ਰਵਾਨ ਨਹੀਂ। ਗੁਰੂ ਨਾਨਕ ਦਾ ਘਰ ਹੈ ਤੇ ਇਸ ਘਰ ਵਿੱਚ ਇੱਕ ਹੀ ਚੀਜ਼ ਪ੍ਰਵਾਨ ਹੈ, ਜਿਹਨੂੰ ਸਾਹਿਬ ਕਹਿੰਦੇ ਨੇ ਨਾਨਕ ਕੇ ਘਰ ਕੇਵਲ ਨਾਮ। ਇਸ ਘਰ ਵਿੱਚ ਬਸ ਨਾਮ ਦੀ ਗੱਲ ਹੈ। ਨਾਮ ਤੋਂ ਟੁੱਟ ਕੇ ਤੂੰ ਜਿੰਨੇ ਮਰਜ਼ੀ ਫੋਕਟ ਕਰਮ ਕਰ, ਇਹਨਾਂ ਦੀ ਕੋਈ ਕਿਸੇ ਤਰੀਕੇ ਨਾਲ ਗੁਰੂ ਘਰ ਵਿੱਚ ਮਰਿਆਦਾ ਵਿੱਚ ਇਹ ਨਹੀਂ ਹੋਣ ਵਾਲੇ। ਸਾਹਿਬ ਅੱਗੇ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ। ਨਿਰਵਾਣ ਕੀਰਤਨ ਦਾ ਅਰਥ ਕੀ ਹੈ? ਜਿਸ ਕੀਰਤਨ ਨੂੰ ਮੈਲ ਨਹੀਂ ਲੱਗੀ, ਜਿਸ ਕੀਰਤਨ ਨੂੰ ਸੰਸਾਰ ਦੀ ਆ ਜਿੰਨੀ ਵੀ ਪਖੰਡਵਾਦ ਦੀ ਆ ਪ੍ਰਕਿਰਿਆ ਤੋਂ ਬਚਿਆ ਹੋਇਆ ਨਿਰਮਲ ਕਰਮ ਜਿਹੜਾ ਹੈ, ਉਸ ਕੀਰਤਨ ਨੂੰ ਰੱਬ ਜੀ ਦੀ ਨਿਰਮਲ ਉਸਤਤ ਨੂੰ ਗਾ। ਚੇਤਾ ਰੱਖ, ਇਹ ਫੋਕਟ ਕਰਮ ਸਾਰੀ ਉਮਰ ਕਰ, ਰੱਬ ਦੇ ਘਰ ਵਿੱਚ ਇਹਨਾਂ ਨੂੰ ਕੋਈ ਸਤਕਾਰ ਨਹੀਂ। ਪਰ ਜੇ ਸਾਧ ਸੰਗਤ ਨਿਰਮਲ ਕਰਮ ਤੂੰ ਇੱਕ ਮਨ ਚਿੱਤ ਹੋ ਕਰਕੇ ਗੁਰਬਾਣੀ ਦਾ ਸਹਾਰਾ ਲੈ ਕੇ ਨਾਮ ਜਪਣਾ, ਕਰਮ ਚੰਗੇ ਕਰਨਾ, ਫਿਰ ਇੱਕ ਨਿਮਖ ਦੇ ਨਾਲ ਹੀ ਤੇਰੀ ਉਸਤਤ ਪਰਮੇਸ਼ਵਰ ਦੇ ਘਰ ਵਿੱਚ ਪ੍ਰਵਾਨ ਹੋ ਜਾਵੇਗੀ। ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਸਾਰਿਆਂ ਧਰਮਾਂ ਤੋਂ ਵੱਡਾ ਧਰਮ ਕੀ ਹੈ? ਮਹਾਰਾਜ ਜੀ ਨੂੰ ਪੁੱਛੋ, ਮਹਾਰਾਜ ਕਿਉਂਕਿ ਅਸੀਂ ਧਰਮ ਦੇ ਕਰਮਾਂ ਦੀ ਗੱਲ ਕਰ ਰਹੇ ਹਾਂ, ਸਾਹਿਬ ਜੀ ਧਰਮ ਕਿਹੜਾ ਵੱਡਾ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ ਕਿਹੜਾ ਜੀ? ਹਰ ਕੋ ਨਾਮ ਜਪ ਨਿਰਮਲ ਕਰਮ। 50% ਧਰਮ ਹੈ ਨਾਮ ਜਪਣਾ ਤੇ 50% ਧਰਮ ਹੈ ਕੰਮ ਚੰਗੇ ਕਰਨੇ। ਹੁਣ ਨਾਮ ਜਪਣਾ ਅੱਧਾ ਧਰਮ ਹੈ। ਮੰਨ ਲਓ ਨਾਮ ਜਪ ਰਹੇ ਆ, ਬਾਣੀ ਪੜ੍ਹ ਰਹੇ ਆ, ਤੇ ਸਾਧ ਸੰਗਤ ਸਵੇਰੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕਰੀਏ ਤੇ ਬਾਅਦ ਵਿੱਚ ਜਾ ਕੇ ਗਰੀਬ ਦਾ ਹੱਕ ਮਾਰ ਕੇ ਖਾ ਜਾਈਏ, ਬੇਈਮਾਨੀ ਕਰੀਏ, ਚੁਗਲੀਆਂ ਕਰੀਏ ਤੇ ਲੋਕਾਂ ਨੂੰ ਜਾ ਕੇ ਕਹੀਏ ਵੀ ਅਸੀਂ ਤੇ ਸਵੇਰੇ ਨਾਮ ਜਪਿਆ, ਸਾਨੂੰ ਪਾਪ ਥੋੜੀ ਲੱਗਣਾ ਹੈ। ਤੇ ਮਹਾਰਾਜ ਕਹਿੰਦੇ ਨੇ ਨਹੀਂ ਸਜਣਾ, ਤੂੰ ਅੱਧਾ ਧਰਮ ਕੀਤਾ ਸੀ, ਅੱਧਾ ਧਰਮ ਸੀ ਨਿਰਮਲ ਕਰਮ, ਕੰਮ ਚੰਗੇ ਕਰਨੇ, ਪਰ ਤੂੰ ਕੰਮ ਬੁਰੇ ਕੀਤੇ। ਫਿਰ ਜਪਿਆ ਹੋਇਆ ਨਾਮ ਵੀ ਕਿਸੇ ਕਾਲ ਥਾਏ ਨਹੀਂ। ਇੱਕ ਇਤਿਹਾਸ ਵਿੱਚੋਂ ਘਟਨਾ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਦਾ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ। ਇਸ ਜਗ੍ਹਾ ਤੇ ਇੱਕ ਪੰਡਤ ਜੀ ਹੁੰਦੇ ਨੇ, ਉਹ ਆ ਕੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਤੇ ਸਾੜ ਸੁਧੀ ਆ ਰਹੀ ਹੈ। ਸਾੜ ਸੁਧੀ ਸ਼ਬਦ ਆਪਾਂ ਸਮਝਦੇ ਆ ਵੀ ਬੜਾ ਵੱਡਾ ਸੰਕਟ ਆਉਣ ਵਾਲਾ ਹੈ। ਤੇ ਮਹਾਰਾਜ ਜੀ ਨੇ ਹੱਸ ਕੇ ਕਿਹਾ, ਫਿਰ ਪੰਡਤ ਜੀ ਉਪਾਏ ਕੀ ਹੈ? ਤੇ ਅੱਗੋਂ ਪੰਡਤ ਜੀ ਜਵਾਬ ਦਿੰਦੇ ਨੇ, ਦੇਖੋ ਸ਼ਨੀ ਮਹਾਰਾਜ ਨੂੰ ਤੁਸੀਂ ਤੇਲ ਚੜਾਓ, ਮੈਂ ਜਾ ਕੇ ਪੂਜਾ ਕਰਾਂਗਾ ਤੇ ਤੁਹਾਡੀ ਸਾੜ ਸੁਧੀ ਜਿਹੜੀ ਹੈ ਟਾਲ ਦੇਵਾਂਗੇ। ਹੁਣ ਕਈ ਵਾਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਦੀ ਪ੍ਰੀਖਿਆ ਵੀ ਲੈਂਦੇ ਸਨ ਵੀ ਜਿੰਨਾ ਕੁਝ ਗੁਰੂ ਨਾਨਕ ਦੇ ਘਰ ਤੋਂ ਸਮਝਿਆ, ਇਹਨਾਂ ਸਿੱਖਾਂ ਨੇ ਕੁਝ ਆਪਣੀ ਜ਼ਿੰਦਗੀ ਵਿੱਚ ਹੰਡਾਇਆ ਵੀ ਹੈ ਕਿ ਨਹੀਂ ਹੰਡਾਇਆ। ਮਹਾਰਾਜ ਜੀ ਨੇ ਸਿੱਖਾਂ ਦੇ ਸਾਹਮਣੇ ਕੌਤਕ ਰਚਿਆ, ਕਹਿੰਦੇ ਨੇ ਪੰਡਤ ਜੀ ਜੋ ਮੰਗਦੇ ਨੇ ਇਹਨਾਂ ਨੂੰ ਦੇ ਦਿਓ, ਸਾੜ ਸੁਧੀ ਨਹੀਂ ਹੋਣੀ ਚਾਹੀਦੀ। ਤੇ ਸਾਧ ਸੰਗਤ ਪੰਡਤ ਜੀ ਨੇ ਕਿਹਾ ਵੀ ਮੈਨੂੰ ਤੇਲ ਚਾਹੀਦਾ, ਕਾਫੀ ਸਾਰਾ ਸਰੋਂ ਦਾ ਤੇਲ ਲਿਆ। ਮਹਾਰਾਜ ਦੇ ਘਰ ਕਿਹੜੀ ਚੀਜ਼ਾਂ ਦੀ ਘਾਟ ਸੀ? ਬਾਅਦ ਵਿੱਚ ਕਹਿੰਦੇ ਨੇ ਮਾਂ ਚਾਹੀਦੇ ਨੇ ਤੇ ਤੀਜਾ ਲੋਹਾ ਚਾਹੀਦਾ। ਅੱਜ ਵੀ ਸ਼ਨੀ ਦੇਵ ਜੀ ਦੀ ਪੂਜਾ ਵਾਸਤੇ ਆ 3 ਚੀਜ਼ਾਂ ਵਰਤਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ 3 ਚੀਜ਼ਾਂ ਦੇ ਦਿੱਤੀਆਂ। ਪੰਡਤ ਜੀ ਜਦੋਂ ਲੈ ਕੇ ਤੁਰੇ, ਇਤਿਹਾਸਕਾਰ ਕਹਿੰਦੇ ਨੇ ਜੇ ਕੁਝ ਦੂਰੀ ਤੇ ਗਏ, ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ, ਜਿਹੜੇ ਸੁਚੇਤ ਸਨ ਉਹ ਆਏ, ਆ ਕੇ ਪੰਡਤ ਜੀ ਨੂੰ ਕਹਿੰਦੇ ਨੇ ਕਿੱਥੇ ਤੁਰਿਆ ਜਾਂਦਾ? ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸਾੜ ਸੁਧੀ ਦੂਰ ਕੀਤੀ ਹੈ ਤੇ ਉਪਾਏ ਲੈ ਕੇ ਜਾ ਰਿਹਾ। ਉਹਨਾਂ ਸਿੱਖਾਂ ਨੇ ਕਿਹਾ ਬੰਦਿਆਂ ਵਾਂਗ ਸਮਾਨ ਇੱਥੇ ਧਰਦਾ ਨਹੀਂ ਤੇ ਤੇਰੀ ਸਾੜ ਸੁਧੀ ਇੱਥੇ ਅਸੀਂ ਰੱਖ ਦੇਣੀ ਪਾ ਕੇ। ਉਹਨੇ ਸਮਾਨ ਧਰਿਆ ਤੇ ਚਲਿਆ ਗਿਆ। ਹੁਣ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਤੋਂ ਤੇਲ ਕੜਾਈ ਵਿੱਚ ਗਰਮ ਕੀਤਾ ਤੇ ਮਾਵਾਂ ਨੂੰ ਆਟਾ ਬਣਾ ਕੇ ਤੇ ਉਹਦੇ ਪਕੌੜੇ ਵੜੇ ਕੱਢ ਲਏ। ਵੜੇ ਕੱਢ ਕੇ ਤੇ ਮਹਾਰਾਜ ਜੀ ਦੇ ਸਾਹਮਣੇ ਪਲੇਟ ਵਿੱਚ ਪਾ ਕੇ ਲੈਣ ਦੇ। ਕਹਿੰਦੇ ਮਹਾਰਾਜ ਛਕੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਕਿ ਇਹ ਕੀ?
ਉਹ ਕਹਿੰਦੇ ਨੇ ਸਿੱਖ ਮਹਾਰਾਜ ਜਿਹੜਾ ਪੰਡਤ ਸਮਾਨ ਲਈ ਜਾਂਦਾ ਸੀ ਨਾ ਸਾੜ ਸੁਦੀ ਟਾਲਣ ਵਾਸਤੇ, ਅਸੀਂ ਲੈ ਲਿਆ, ਅਸੀਂ ਤੇਲ ਦੇ ਵਿੱਚ ਬੜੇ ਕੱਢ ਲਏ ਨੇ। ਤੇ ਪੰਡਤ ਜੀ ਦੇ ਵੱਲ ਗੱਲ ਕਰਕੇ ਮਹਾਰਾਜ ਕਹਿੰਦੇ ਨੇ ਫਿਰ ਸਾੜ ਸੁਦੀ ਦਾ ਕੀ ਹੋਏਗਾ? ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਕਿਹਾ ਮਹਾਰਾਜ ਸਾੜ ਸੁਦੀ ਦੇ ਅੱਜ ਅਸੀਂ ਪਕੌੜੇ ਕੱਢ ਕੇ ਖਾ ਜਾਣੇ ਨੇ। ਗੁਰੂ ਕੇ ਸਿੱਖ ਸੁਚੇਤ ਸਨ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੜੇ ਖੁਸ਼ ਹੋਏ। ਤੇ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਚਲੋ ਇਹ ਬੜੇ ਤੇ ਤੇਲ ਸਾਂਭ ਕੀਤਾ, ਪਰ ਲੋਹੇ ਦਾ ਕੀ ਕਰੀਏ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਲੋਹਿਆਂ ਦੇ ਕੜੇ ਬਣਾਓ, ਅੱਜ ਤੋਂ ਬਾਅਦ ਗੁਰੂ ਕਾ ਸਿੱਖ ਹੱਥ ਵਿੱਚ ਕੜੇ ਪਾਇਆ ਕਰੇਗਾ। ਇਹ ਕੜੇ ਉਦੋਂ ਤੋਂ ਪਾਣੇ ਸ਼ੁਰੂ ਹੋਏ। ਇੱਕ ਹੀ ਇਹ ਪ੍ਰਤੀਕ ਹੈ ਕਿ ਤੇਰਾ ਹੱਥ ਕਦੀ ਕਿਸੇ ਬੇਈਮਾਨੀ ਵਾਲੇ ਪਾਸੇ ਨਾ ਵਧੇ, ਕਿਸੇ ਗਰੀਬ ਮਜ਼ਲੂਮ ਦੇ ਉੱਤੇ ਜ਼ੁਲਮ ਕਰਨ ਵਾਸਤੇ ਨਾ ਵਧੇ। ਮਹਾਰਾਜ ਜੀ ਨੇ ਪੈਰ ਪੈਰ ਤੇ ਸਾਨੂੰ ਸਿੱਖਿਆ ਦੇ ਕੇ ਸਮਝਾਇਆ ਕਿ ਸਿੱਖ ਨੇ ਫੋਕਟ ਕਰਮਾਂ ਤੋਂ ਬਚਣਾ ਹੈ, ਸਰਾਧਾਂ ਵਰਗੇ ਪਖੰਡਾਂ ਤੋਂ ਬਚਣਾ ਹੈ। ਸਿਰਫ ਜੀਂਦੇ ਜੀ ਜਿੰਨਾ ਸੀ ਸਤਿਕਾਰ ਇੱਕ ਦੂਜੇ ਦਾ ਕਰ ਲਈਏ ਉਹੀ ਵੱਧ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਰਹੀਏ। ਅਖੀਰੀ ਵਿੱਚ ਸਾਹਿਬ ਕਹਿੰਦੇ ਨੇ ਸੰਤੋ ਸਾਗਰ ਪਾਰ ਉਤਰੀਆ, ਜੇ ਸੰਸਾਰ ਰੂਪੀ ਸਾਗਰ ਤੋਂ ਪਾਰ ਨਿਕਲਣਾ ਤੇ ਕੇਵਲ ਇੱਕ ਰਸਤਾ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ। ਇਹ ਬਚਨ ਕਮਾਲ ਹੈ, ਜੋ ਬਚਨ ਹੈ ਗੁਰੂ ਦਾ, ਗੁਰੂ ਦੇ ਪਿਆਰੇ ਸਤਿਕਾਰਯੋਗ ਜਪਣ ਵਾਲੇ ਸਿੱਖਾਂ ਦਾ। ਜਿੱਦਣ ਤੂੰ ਇਹ ਬਚਨ ਕਮਾ ਲਿਆ ਫਿਰ ਸੰਸਾਰ ਰੂਪੀ ਸਾਗਰ ਚੋਂ ਤੂੰ ਪਾਰ ਉਤਰ ਜਾਵੇਂਗਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਹਰ ਪੈਰ ਤੇ ਜਾ ਕੇ ਸੁਚੇਤ ਕੀਤਾ ਹੈ। ਪਰ ਇਹ ਸੁਚੇਤਨਤਾ ਕੰਮ ਸਾਡੇ ਤਾਂ ਆਏਗੀ ਜੇ ਅਸੀਂ ਵੀ ਸੁਚੇਤ ਹੋਵਾਂਗੇ, ਬਾਣੀ ਦੇ ਗਿਆਨ ਨੂੰ ਲਵਾਂਗੇ। ਤੇ ਸਾਧ ਸੰਗਤ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਪੜ੍ਹਾਈਏ, ਆਪ ਪੜ੍ਹੀਏ। ਮੈਂ ਅਕਸਰ ਬੇਨਤੀ ਕਰਦਾ ਹੁੰਨਾ ਚਾਰ ਚੀਜ਼ਾਂ ਸਾਂਭ ਲਈਆਂ ਤੇ ਸਾਨੂੰ ਕੋਈ ਖਤਰਾ ਨਹੀਂ। ਊੜਾ ਜੂੜਾ ਪੰਥ ਤੇ ਗ੍ਰੰਥ, ਜਿਹਨੇ ਚਾਰ ਸਾਂਭ ਲਿਆ ਉਹ ਕਦੀ ਨਿਸ਼ਟ ਤੋਂ ਨਾਬੂਦ ਨਹੀਂ ਹੁੰਦਾ। ਊੜੇ ਦਾ ਅਰਥ ਹੈ ਆਪਾਂ ਪੰਜਾਬੀ ਨੂੰ ਸਾਂਭੀਏ। ਅੱਜ ਹਿੰਦੀ ਬੋਲਣ ਵਿੱਚ, ਅੰਗਰੇਜ਼ੀ ਬੋਲਣ ਵਿੱਚ ਅਸੀਂ ਬੜਾ ਆਪਣੇ ਆਪ ਨੂੰ ਸਨਮਾਨਯੋਗ ਸਮਝਨੇ ਆ, ਪਰ ਸਾਧ ਸੰਗਤ ਕਿੰਨੇ ਵੀ ਅੱਗੇ ਵੱਧ ਜਾਈਏ ਪਰ ਆਪਣੀ ਮਾਂ ਭਾਸ਼ਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ ਉਹ ਭਾਸ਼ਾ ਕਦੀ ਮਾੜੀ ਨਹੀਂ ਹੋ ਸਕਦੀ, ਕਦੀ ਪਛੇਕੜ ਨਹੀਂ ਜਾ ਸਕਦੀ। ਉਹ ਭਾਸ਼ਾ ਬੜੀ ਉੱਚੀ ਸੁੱਚੀ ਹੈ। ਸਾਧ ਸੰਗਤ ਇਸ ਕਰਕੇ ਪੰਜਾਬੀ ਦਾ ਸਤਿਕਾਰ ਕਰੀਏ, ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ। ਜੂੜੇ ਦਾ ਅਰਥ ਹੈ ਕੇਸਾਂ ਧਾਰੀ ਹੋਈਏ, ਕੇਸਾਂ ਦੀ ਬੇਦਬੀ ਨਾ ਕਰੀਏ। ਪੰਥ ਦਾ ਅਰਥ ਹੈ ਆਪਣੇ ਪੰਥ ਦੀ ਵਿਚਾਰ ਨੂੰ ਸਮਝ ਕੇ ਇੱਕ ਸਲੂਕ ਨਾ ਅੱਗੇ ਵਧੀਏ, ਕਿਉਂਕਿ ਸਾਨੂੰ ਅੱਜ ਆਪਣਿਆਂ ਤੋਂ ਖਤਰਾ ਹੈ, ਬਾਹਰ ਦੇ ਸਾਡੇ ਕੁਝ ਨਹੀਂ ਵਿਗਾੜ ਸਕਦੇ। ਚੌਥੀ ਗੱਲ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਕੇ ਰਹੀਏ, ਫਿਰ ਸੰਸਾਰ ਵਿੱਚ ਅਸੀਂ ਅੱਗੇ ਹੀ ਅੱਗੇ ਵਧਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਅਨੇਕਾਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਓ ਫਤਿਹ ਦੀ ਸਾਂਝ ਪਾਈਏ। ਮੇਰੇ ਤੋਂ ਬਾਅਦ ਸਾਡੇ ਅਤੀ ਸਤਿਕਾਰਯੋਗ ਕਥਾਵਾਚਕ, ਹਜ਼ੂਰੀ ਕਥਾਵਾਚਕ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਜਿੰਨਾ ਸਮਾਂ ਮੁਨਾਸਬ ਸਮਝਣਗੇ ਆਪ ਸੰਗਤਾਂ ਦੇ ਰੂਬਰੂ ਹੋ ਕੇ ਗੁਰਮਤਿ ਵਿਚਾਰਾਂ ਨੂੰ ਪੇਸ਼ ਕਰਨਗੇ। ਦਾਸ ਨੂੰ ਦਿਓ ਆਗਿਆ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।